ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਚੈਪਟਰ 15 ਇੰਟਰੋਡਕਸ਼ਨ ਟੂ ਗ੍ਰਾਫਸ। ਗ੍ਰਾਫ ਦੇ ਨਾਲ ਆਪਾਂ ਸਾਰੀ ਜਾਣਕਾਰੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਕਿ ਜਿਹੜਾ ਡਾਟਾ ਆਪਾਂ ਨੂੰ ਪਲੋਟ ਕਰਕੇ ਦਿੱਤਾ ਹੋਊਗਾ ਉਹਨਾਂ ਤੋਂ ਆਪਾਂ ਨੂੰ ਕਿਹੜੀ ਜਾਣਕਾਰੀ ਮਿਲਦੀ ਹੈ ਅਤੇ ਆਪਾਂ ਕਿਵੇਂ ਨੋਟ ਕਰਨਾ, ਉਹ ਆਪਾਂ ਇਸ ਚੈਪਟਰ ਦੇ ਵਿੱਚ ਕਰਾਂਗੇ। ਤਾਂ ਫਸਟ ਕੁਐਸਚਨ ਦੇਖੋ, ਐਕਸਰਸਾਈਜ਼ 15.1 ਦਾ। ਹੁਣ ਇਹਦੇ ਵਿੱਚ ਆਪਾਂ ਨੇ ਇੱਕ ਗ੍ਰਾਫ ਦਿੱਤਾ ਹੋਇਆ ਜਿਹੜਾ ਕਿਸੇ ਪੇਸ਼ੈਂਟ ਦਾ ਹੌਸਪੀਟਲ ਦੇ ਵਿੱਚ ਕਿੰਨਾ ਟੈਂਪਰੇਚਰ ਆ ਹਰੇਕ ਘੰਟੇ ਬਾਅਦ ਉਹ ਨੋਟ ਕੀਤਾ ਹੋਇਆ। ਤਾਂ ਇਹਦੇ ਵਿੱਚ ਆਪਣੇ ਕੋਲ ਗ੍ਰਾਫ 'ਤੇ ਹੁਣ ਇਸ ਐਕਸਿਸ ਨੂੰ ਆਪਾਂ ਕਹਿੰਦੇ ਹੌਰੀਜ਼ੋਂਟਲ, ਇੱਧਰ ਆਪਾਂ ਲਿਖ ਦਿੰਦੇ ਐਕਸ ਐਕਸਿਸ, ਇਹ ਵਾਲਾ ਹੁੰਦਾ ਆਪਣੇ ਕੋਲ ਵਰਟੀਕਲ ਵਾਈ ਐਕਸਿਸ। ਓਰੀਜਨ O ਤੋਂ ਆਪਾਂ ਸਾਰੀਆਂ ਵੈਲਿਊਜ਼ ਲੈਣੀਆਂ ਸ਼ੁਰੂ ਕਰਦੇ ਹਾਂ। ਹੁਣ ਉਹਨਾਂ ਨੇ ਆਪਾਂ ਨੂੰ ਕੀ ਕਿਹਾ ਕਿ ਹਰੇਕ ਘੰਟੇ ਬਾਅਦ ਟੈਂਪਰੇਚਰ ਰਿਕਾਰਡ ਕੀਤਾ। ਤਾਂ ਸਵੇਰੇ 9 ਵਜੇ ਕਿੰਨਾ ਸੀਗਾ, ਫਿਰ 10 ਵਜੇ, 11, 12, 1 ਘੰਟੇ ਬਾਅਦ ਆਪਾਂ ਟਾਈਮ ਨੂੰ ਐਕਸ ਐਕਸਿਸ 'ਤੇ ਰਿਪਰਜੈਂਟ ਕੀਤਾ। ਕਿੰਨਾ ਟੈਂਪਰੇਚਰ ਸੀ ਡਿਗਰੀ ਸੈਲਸੀਅਸ ਦੇ ਵਿੱਚ, ਉਹਨੂੰ ਆਪਾਂ ਵਾਈ ਐਕਸਿਸ ਦੇ ਉੱਪਰ ਸ਼ੋਅ ਕੀਤਾ ਹੋਇਆ। ਤਾਂ ਹੁਣ ਇਹਦੇ ਵਿੱਚ ਵੈਲਿਊਜ਼ ਦੇਖੋ, ਆਪਾਂ ਕਿ ਇੱਥੇ ਇਸ ਤਰ੍ਹਾਂ ਇੱਕ ਸਿੱਧੀ ਲਾਈਨ ਸਟ੍ਰੇਟ ਲਾਈਨ ਨਹੀਂ ਲਗਾਈ ਹੋਈ, ਮਤਲਬ ਆਪਾਂ ਜਿਹੜੀਆਂ ਵੈਲਿਊਜ਼ ਨੇ ਸਿੱਧੀਆਂ ਹੀ 34 ਤੋਂ ਸ਼ੁਰੂ ਕੀਤੀਆਂ ਹੋਈਆਂ ਨੇ, ਇਸੇ ਕਰਕੇ ਇਹ ਆਪਾਂ ਜ਼ਿਗਜ਼ੈਗ ਬਣਾਇਆ ਹੋਇਆ ਇਹਦੇ ਉੱਪਰ। ਹੁਣ ਫਸਟ ਪਾਰਟ ਦੇਖੋ, ਇਹ ਪਾਰਟ ਕੀ ਆ, ਵਟ ਵਾਜ਼ ਦੀ ਪੇਸ਼ੈਂਟਸ ਟੈਂਪਰੇਚਰ ਐਟ 1 PM। 1 PM ਕਿੱਥੇ ਆ ਰਿਹਾ। ਹੁਣ ਇਹਦੇ ਉੱਪਰ ਟੈਂਪਰੇਚਰ ਦੇਖੋ, ਇਸ ਲਾਈਨ ਦੇ ਉੱਪਰ ਕਿੱਥੇ ਪੁਆਇੰਟ ਲੱਗਿਆ, ਇਸ 'ਤੇ। ਤਾਂ ਹੁਣ ਇਹਦੇ ਕੋਰਸਪੋਂਡਿੰਗ ਦੇਖੋ, ਆਹ ਲਾਈਨ ਕਿੱਥੇ ਜਾ ਰਹੀ ਆ, ਇੱਥੇ 36 ਆ, ਇੱਥੇ 37, ਦੋਨਾਂ ਦਾ ਹਾਫ ਕਿੰਨਾ ਹੋ ਗਿਆ 36.5। ਤਾਂ ਟੈਂਪਰੇਚਰ ਕਿੰਨਾ ਆ ਜਾਊਗਾ ਫਿਰ 36.5 ਡਿਗਰੀ ਸੈਂਟੀਗ੍ਰੇਡ। ਨੈਕਸਟ ਹੈ ਬੀ ਪਾਰਟ, ਵੈਨ ਵਾਜ਼ ਦੀ ਪੇਸ਼ੈਂਟ ਟੈਂਪਰੇਚਰ 38.5 ਡਿਗਰੀ ਸੈਂਟੀਗ੍ਰੇਡ। 38 ਅਤੇ 39 ਦੇ ਵਿਚਕਾਰ ਵਾਲੀ ਕਿਹੜੀ ਲਾਈਨ ਆ, 38.5, ਉਹ ਕਿੱਥੇ ਆ ਰਹੀ। ਤਾਂ ਹੁਣ ਇਹਦੇ ਉੱਪਰ ਦੇਖੋ ਕਿੰਨੇ ਟਾਈਮ ਦੇ ਉੱਪਰ ਸੀਗਾ, 12 ਨੂੰ, ਕਿ 12 ਵਜੇ ਸੀ ਦੁਪਹਿਰ ਦੇ। ਨੈਕਸਟ ਹੈ ਦੀ ਪੇਸ਼ੈਂਟਸ ਟੈਂਪਰੇਚਰ ਵਾਜ਼ ਦੀ ਸੇਮ 2 times ਡਿਊਰਿੰਗ ਦੀ ਪੀਰੀਅਡ ਗਿਵਨ। ਵਟ ਵਰ ਦੀਜ਼ 2 times, ਕਿ ਕਿਹੜੇ 2 ਟਾਈਮ ਦੇ ਉੱਪਰ ਪੇਸ਼ੈਂਟ ਦਾ ਟੈਂਪਰੇਚਰ ਸੇਮ ਰਹਿ ਰਿਹਾ। ਤਾਂ ਉਹ 2 ਟਾਈਮ ਆਪਣੇ ਕੋਲ ਕਿਹੜੇ ਆ। ਹੁਣ ਦੇਖੋ ਇੱਥੇ ਜਿਹੜੇ 2 ਪੁਆਇੰਟਸ ਲਗਾਏ ਹੋਏ ਨੇ, ਇੱਕ ਸਟ੍ਰੇਟ ਲਾਈਨ, ਇੱਕ ਸਿੱਧੀ ਲਾਈਨ ਦੇ ਉੱਪਰ ਆ, ਸਿੱਧੀ ਲਾਈਨ ਦੇ ਉੱਪਰ ਆ, ਤਾਂ ਮਤਲਬ ਇੱਥੇ ਆਪਣੇ ਕੋਲ ਟੈਂਪਰੇਚਰ ਦੀ ਵੈਲਿਊ ਸੇਮ ਰਹਿ ਰਹੀ ਹੈ। ਤਾਂ ਟੈਂਪਰੇਚਰ ਕਿੰਨਾ ਆਪਣੇ ਕੋਲ ਸੀਗਾ, ਇੱਥੇ ਸੇਮ ਰਹਿ ਰਿਹਾ 36 ਅਤੇ 37 ਦੇ ਵਿਚਕਾਰ ਆਪਣੇ ਕੋਲ ਕਿੰਨਾ 36.5 ਡਿਗਰੀ ਸੈਂਟੀਗ੍ਰੇਡ। ਤਾਂ ਉਹ ਟਾਈਮ ਕਿੰਨਾ ਆ ਗਿਆ, ਹੁਣ ਉਹ ਨੋਟ ਕਰੋ। ਇੱਥੇ ਆਪਣੇ ਕੋਲ ਹੈਗਾ 1, ਇੱਥੇ ਆਪਣੇ ਕੋਲ ਕਿੰਨਾ ਆ ਰਿਹਾ ਹੈ 2। ਤਾਂ ਹੁਣ ਆਪਣੇ ਕੋਲ ਫਿਰ ਇਸੇ ਕਰਕੇ ਟੈਂਪਰੇਚਰ ਆਪਣੇ ਕੋਲ ਕਿੰਨਾ ਹੋ ਗਿਆ 36.5 ਡਿਗਰੀ ਸੈਂਟੀਗ੍ਰੇਡ ਸੀ ਟੈਂਪਰੇਚਰ ਸੇਮ ਕਿਹੜੇ ਟਾਈਮ ਦੇ ਉੱਪਰ 1 and 2 PM। ਨੈਕਸਟ ਹੈ ਡੀ ਪਾਰਟ, ਵਟ ਵਾਜ਼ ਦੀ ਟੈਂਪਰੇਚਰ ਐਟ 1:30 PM। ਹਾਊ ਡਿਡ ਯੂ ਅਰਾਈਵ ਐਟ ਯੂਰ ਆਨਸਰ। ਹੁਣ ਆਪਾਂ ਟੈਂਪਰੇਚਰ ਨੋਟ ਕਰਨਾ ਹੈ 1:30 PM ਦੇ ਉੱਪਰ। ਤਾਂ 1:30 ਦੇ ਲਈ ਵੈਲਿਊ ਦੇਖੋ ਆਪਣੇ ਕੋਲ ਫਿਰ ਕਿੰਨੀ ਆ ਰਹੀ ਆ, 1 and 2 ਦੇ ਵਿਚਕਾਰ ਆਪਣੇ ਕੋਲ ਵੈਲਿਊ ਕਿੰਨੀ ਆਊਗੀ, ਫਿਰ ਇੱਥੇ ਕਿੰਨਾ 1, ਇੱਥੇ 2। ਤਾਂ ਇਹਦੇ ਸੈਂਟਰ ਵਾਲਾ ਪੁਆਇੰਟ ਕੀ ਹੋਊਗਾ ਆਪਣੇ ਕੋਲ, ਫਿਰ 1:30 ਨੂੰ ਸ਼ੋਅ ਕਰੂਗਾ। ਤਾਂ 1:30 ਦੇ ਲਈ ਵੈਲਿਊ ਕਿੰਨੀ ਆ ਜਾਊਗੀ ਫਿਰ ਆਪਣੇ ਕੋਲ 1:30 ਦੇ ਲਈ ਨੋਟ ਕਰੋ। ਹੁਣ ਜਿਹੜਾ ਆਪਣੇ ਕੋਲ ਪੁਆਇੰਟ ਆ ਰਿਹਾ ਹੈ ਇਹਦੇ ਕੋਰਸਪੋਂਡਿੰਗ ਵੈਲਿਊ ਆਪਣੇ ਕੋਲ ਆ ਜਾਊਗੀ ਫਿਰ 1:30 ਦੇ ਅਕ੍ਰੋਸ 36.5 ਡਿਗਰੀ ਸੈਂਟੀਗ੍ਰੇਡ, ਕਿਉਂਕਿ 36 ਅਤੇ 37 ਦੇ ਵਿਚਕਾਰ ਇਹ ਪੁਆਇੰਟ ਆ ਰਿਹਾ। ਤਾਂ ਇਹ ਆਪਾਂ ਨੂੰ ਕਿਉਂ ਇੱਥੋਂ ਪਤਾ ਲੱਗਿਆ ਕਿ 1 and 2 ਦੇ ਸੈਂਟਰ 'ਚ ਆਪਣੇ ਕੋਲ ਵੈਲਿਊ ਕਿੰਨੀ ਆ ਰਹੀ ਹੈ 1:30। ਤਾਂ ਇਹਦੇ ਲਈ ਆਪਣੇ ਕੋਲ ਜਿਹੜੇ ਦੋਨੋਂ ਪੁਆਇੰਟਸ ਨੇ 1 ਅਤੇ 2 ਦੇ ਲਈ ਜਿਹੜੇ ਸ਼ੋਅ ਕੀਤੇ ਨੇ ਐਕਸ ਐਕਸਿਸ ਦੇ ਉੱਪਰ, ਟਾਈਮ ਐਕਸਿਸ ਦੇ ਉੱਪਰ, ਉਹ ਇੱਕ ਦੂਜੇ ਤੋਂ ਇੱਕ ਵੀ ਡਿਸਟੈਂਸ ਦਾ ਮਤਲਬ ਬਰਾਬਰ ਦੀ ਦੂਰੀ ਦੇ ਉੱਪਰ ਪਏ ਨੇ। ਤਾਂ ਇਸੇ ਕਰਕੇ ਉਹ ਕਿੰਨਾ ਟਾਈਮ ਸ਼ੋਅ ਕਰਨਗੇ 1:30 PM। ਇਸੇ ਲਈ ਪੁਆਇੰਟ ਜਿਹੜਾ ਵਾਈ ਐਕਸਿਸ ਦੇ ਉੱਪਰ ਆ 36 ਅਤੇ 37 ਦੇ ਸੈਂਟਰ 'ਚ ਆ, ਤਾਂ ਉਹ ਕਿੰਨਾ ਸ਼ੋਅ ਕਰੂਗਾ 36.5 ਡਿਗਰੀ ਸੈਂਟੀਗ੍ਰੇਡ। ਨੈਕਸਟ ਹੈ ਦੀ ਫੋਲੋਇੰਗ ਲਾਈਨ ਗ੍ਰਾਫ ਸ਼ੋਜ਼ ਦੀ ਈਅਰਲੀ ਸੇਲਸ, ਕਿ ਸਾਲ ਦੇ ਵਿੱਚ ਕਿੰਨੀ ਸੇਲ ਕੀਤੀ ਹੈ ਕਿਸੇ ਮੈਨੂਫੈਕਚਰਿੰਗ ਕੰਪਨੀ ਨੇ। ਤਾਂ ਆਪਾਂ ਉਹ ਸੇਲਸ ਦੱਸਣੀਆਂ ਨੇ ਇਸ ਲਾਈਨ ਗ੍ਰਾਫ ਤੋਂ। ਫਸਟ ਪਾਰਟ ਹੈ ਵਟ ਵਰ ਦੀ ਸੇਲਸ ਇਨ 2002 and 2006। ਤਾਂ 2002 ਦੇ ਲਈ ਦੇਖੋ ਆਪਣੇ ਕੋਲ ਕਿੰਨੀ ਵੈਲਿਊ ਆ, 2002 ਦੇ ਲਈ ਵਿੱਚ ਕਿੰਨਾ ਆ ਜਾਊਗਾ ਆਪਣੇ ਕੋਲ ਸੇਲਸ ਕਿੰਨੀ ਹੋ ਗਈ ਆਪਣੇ ਕੋਲ 4। ਕਿੰਨੇ ਦੇ ਵਿੱਚ ਆਪਾਂ ਕਰੋੜਸ ਦੇ ਵਿੱਚ ਦੱਸਿਆ, ਤਾਂ 4 ਕਰੋੜ। 2006 ਦੇ ਲਈ ਹੁਣ ਦੇਖੋ ਕਿੰਨੀ ਵੈਲਿਊ ਆ ਰਹੀ ਹੈ ਆਪਣੇ ਕੋਲ 8 ਕਰੋੜ। ਨੈਕਸਟ ਹੈ ਵਟ ਵਰ ਦੀ ਸੇਲਸ ਇਨ 2003। 2003 ਦੇ ਲਈ ਵੈਲਿਊ ਹੁਣ ਇੱਥੇ 6, ਇੱਥੇ 8, ਤਾਂ ਉਹਨੇ ਸੈਂਟਰ 'ਚ ਕਿਹੜੀ ਵੈਲਿਊ ਆ ਜਾਊਗੀ, ਇੱਥੇ ਆਪਣੇ ਕੋਲ 7।
ਤਾਂ ਉਹ ਕਿੰਨਾ ਹੋ ਗਿਆ 7 ਕਰੋੜ। ਫਿਰ 2005 ਦੇ ਲਈ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 10 ਕਰੋੜ। ਕੰਪਿਊਟ ਦੀ ਡਿਫਰੈਂਸ ਬਿਟਵੀਨ ਦੀ ਸੇਲਸ ਇਨ 2002 ਐਂਡ 2006। 2002 ਦੇ ਵਿੱਚ ਆਪਣੇ ਕੋਲੇ ਕਿੰਨੀ ਸੇਲ ਆ ਰਹੀ ਸੀਗੀ, ਉੱਥੇ ਆਪਣੇ ਕੋਲ ਸੀਗਾ 2002 ਦੇ ਲਈ 4 ਕਰੋੜ, 2006 ਦੇ ਲਈ ਕਿੰਨਾ ਆ ਰਿਹਾ ਸੀਗਾ ਆਪਣੇ ਕੋਲੇ 8 ਕਰੋੜ। ਤਾਂ ਡਿਫਰੈਂਸ ਆ ਉਹ ਕਿੰਨਾ ਹੋ ਜਾਊਗਾ ਫਿਰ 8 ਮਾਈਨਸ 4, 8 ਮਾਈਨਸ 4 ਇਜ਼ ਇਕੁਅਲ ਟੂ 4 ਕਰੋੜ। ਇਨ ਵਿਚ ਈਅਰ was there the greatest difference between the sales as compared to its previous year। ਕਿ ਕਿਹੜੇ ਸਾਲ ਦੇ ਵਿੱਚ ਆਪਾਂ ਜ਼ਿਆਦਾ ਡਿਫਰੈਂਸ ਦੇਖਦੇ ਹਾਂ ਕਿ ਜ਼ਿਆਦਾ ਸੇਲ ਹੋਈ ਆ, ਤਾਂ ਉਹ ਕਿਹੜਾ ਸੀਗਾ ਆਪਣੇ ਕੋਲੇ। ਦੇਖੋ ਸਭ ਤੋਂ ਹਾਈਐਸਟ ਪੁਆਇੰਟ ਕੀ ਹੈ, ਇੱਥੇ ਜਾ ਰਿਹਾ ਮਤਲਬ 10 ਕਰੋੜ ਦੇ ਲਈ, ਤਾਂ ਉਹ ਕਿਹੜੇ ਟਾਈਮ ਦੇ ਵਿੱਚ 2005 ਦੇ ਲਈ। ਨੈਕਸਟ ਹੈ ਕਿਸੇ ਵੀ ਇੱਕ ਐਕਸਪੈਰੀਮੈਂਟ ਬੋਟਨੀ ਦਾ, ਤਾਂ 2 ਪਲਾਂਟਸ ਨੇ A ਤੇ B, ਉਹਨਾਂ ਨੂੰ ਸੇਮ ਲੈਬੋਰਟਰੀ ਕੰਡੀਸ਼ਨਸ ਦੇ ਵਿੱਚ ਰੱਖਿਆ ਗਿਆ ਹੈ, ਤਾਂ ਉਹਨਾਂ ਦੀ ਆਪਾਂ ਹਾਈਟਸ ਮੇਜਰ ਕੀਤੀਆਂ ਨੇ 3 ਹਫ਼ਤਿਆਂ ਤੋਂ ਬਾਅਦ। ਤਾਂ ਆਪਾਂ ਰਿਜ਼ਲਟ ਨੂੰ ਕਿਵੇਂ ਸ਼ੋਅ ਕੀਤਾ ਕਿ ਐਕਸ ਐਕਸਿਸ ਦੇ ਉੱਪਰ ਵੀਕ ਨੇ ਹਫ਼ਤੇ ਆ, ਵਾਈ ਐਕਸਿਸ ਦੇ ਉੱਪਰ ਕੀ ਉਹਨਾਂ ਦੀ ਹਾਈਟ ਸੈਂਟੀਮੀਟਰ ਦੇ ਵਿੱਚ ਸ਼ੋਅ ਕੀਤੀ ਹੈ। ਇਸ ਪੁਆਇੰਟ ਤੋਂ ਉਹ ਸਟਾਰਟ ਕਰ ਰਹੇ ਨੇ। ਹੁਣ 2 ਲਾਈਨਾਂ ਨੇ ਆਪਣੇ ਕੋਲੇ, ਇੱਕ ਪਲਾਂਟ A ਨੂੰ ਸ਼ੋਅ ਕਰੂਗੀ, ਇੱਕ ਪਲਾਂਟ B ਨੂੰ ਸ਼ੋਅ ਕਰੂਗੀ। ਹੁਣ ਫਸਟ ਪਾਰਟ, ਹਾਊ ਹਾਈ ਵਾਸ ਪਲਾਂਟ A ਆਫਟਰ 2 ਵੀਕਸ ਐਂਡ 3 ਵੀਕਸ। ਪਲਾਂਟ A ਦੀ ਆਪਾਂ ਲੈਂਥ ਦੇਖਣੀ ਆ। ਪਲਾਂਟ A ਆ ਪਹਿਲਾਂ ਦੇਖੋ ਆਪਣੇ ਕੋਲੇ, ਤਾਂ ਉਹਦੀ ਹਾਈਟ ਕਿੰਨੀ ਰਹਿ ਰਹੀ ਹੈ ਆਪਣੇ ਕੋਲੇ 2 ਵੀਕਸ ਤੋਂ ਬਾਅਦ, ਤਾਂ ਉਹਦੇ ਲਈ ਆਪਣੇ ਕੋਲੇ ਫਿਰ ਵੈਲਿਊ ਕਿੰਨੀ ਆ ਜਾਊਗੀ, ਇਸ ਪੁਆਇੰਟ 'ਤੇ ਕੀ ਆ ਜਾਊਗਾ 6, 8 ਦੇ ਸੈਂਟਰ 'ਚ ਕੀ ਆ ਜਾਊਗਾ ਫਿਰ 7 ਸੈਂਟੀਮੀਟਰ। ਫਿਰ 3 ਵੀਕਸ ਦੇ ਦੇਖੋ A ਪਲਾਂਟ ਦੇ ਲਈ 8 ਤੇ 10 ਦੇ ਸੈਂਟਰ 'ਚ ਕੀ ਆ ਜਾਊਗਾ 9 ਸੈਂਟੀਮੀਟਰ। ਫਿਰ ਨੈਕਸਟ ਹੈ ਪਲਾਂਟ B ਦੇ ਲਈ ਦੇਖਣਾ ਆਪਾਂ 2 ਵੀਕਸ ਤੇ 3 ਵੀਕਸ ਦੇ ਲਈ। ਪਲਾਂਟ B ਦੇ ਲਈ ਦੇਖੋ 2 ਵੀਕਸ ਦੇ ਲਈ, ਪਲਾਂਟ B ਵਾਲੀ ਬਲੂ ਲਾਈਨ ਆ, ਫਿਰ ਇਹਦੇ ਵਿੱਚ ਕੀ ਆ ਗਿਆ 7 ਤੇ 3 ਦੇ ਲਈ ਫਿਰ ਆਪਣੇ ਕੋਲੇ ਕੀ ਆ ਜਾਊਗਾ, ਪਲਾਂਟ B ਦੇ ਲਈ ਆਹ ਵਾਲਾ ਪੁਆਇੰਟ ਸੀਗਾ, ਤਾਂ ਇਹਦੇ ਲਈ ਵੈਲਿਊ ਕਿੰਨੀ ਹੋ ਗਈ 10 ਸੈਂਟੀਮੀਟਰ। ਹਾਊ ਮੱਚ ਡਿਡ ਪਲਾਂਟ A ਗਰੋ ਡਿਊਰਿੰਗ ਦੀ 3rd ਵੀਕ। ਕਿ ਤੀਜੇ ਹਫ਼ਤੇ ਦੇ ਵਿੱਚ ਜਿਹੜਾ A ਪਲਾਂਟ ਆ ਕਿੰਨਾ ਗਰੋ ਕਰ ਗਿਆ। ਤੀਜੇ ਹਫ਼ਤੇ ਦੇ ਵਿੱਚ ਪਲਾਂਟ A ਦੇ ਲਈ ਵੈਲਿਊ ਦੇਖੋ ਆਪਣੇ ਕੋਲੇ ਕਿੰਨੀ ਸੀਗੀ 9 ਸੈਂਟੀਮੀਟਰ। ਫਿਰ ਉਹਦੇ ਵਿੱਚੋਂ ਆਪਾਂ ਕਿਹਨੂੰ ਮਾਈਨਸ ਕਰਨਾ ਹੈ, ਜਿਹੜਾ 2nd ਵੀਕ ਦੇ ਵਿੱਚ ਸੀਗਾ। ਤੀਜੇ ਹਫ਼ਤੇ 'ਚ ਕਿੰਨੀ ਗਰੋਥ ਹੋਈ, ਉਹਨੂੰ ਆਪਾਂ ਕੀ ਕਰਨਾ, ਉਹਦੇ ਵਿੱਚੋਂ ਦੂਜੇ ਹਫ਼ਤੇ ਦੀ ਗਰੋਥ ਨੂੰ ਮਾਈਨਸ ਕਰਨਾ। ਤਾਂ ਦੂਜੇ ਹਫ਼ਤੇ ਦੀ ਗਰੋਥ ਕਿੰਨੀ ਆ 7, ਤਾਂ 9 ਮਾਈਨਸ 7 ਕਿਹਦੇ ਇਕੁਅਲ ਆ ਜਾਊਗਾ 2 ਦੇ। ਫਿਰ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਹੈ ਹਾਊ ਮੱਚ ਡਿਡ ਪਲਾਂਟ B ਗਰੋ ਫਰੋਮ ਦੀ ਐਂਡ ਆਫ ਦੀ 2nd ਵੀਕ ਟੂ ਦੀ ਐਂਡ ਆਫ 3rd ਵੀਕ। ਹੁਣ ਆਪਾਂ ਪਲਾਂਟ B ਦੀ ਗੱਲ ਕਰਨੀ ਹੈ। ਪਲਾਂਟ B ਦੇ ਲਈ ਦੇਖੋ ਆਪਣੇ ਕੋਲੇ ਇੱਥੇ ਵਿੱਚ ਕਿੰਨੀ ਗਰੋਥ ਹੋ ਰਹੀ ਆ 3rd ਵੀਕ ਦੇ ਵਿੱਚ 10, ਪਲਾਂਟ B ਦੇ ਲਈ ਫਿਰ 2nd ਵੀਕ ਦੇ ਵਿੱਚ ਕਿੰਨੀ ਵੈਲਿਊ ਸੀਗੀ 9। ਪਲਾਂਟ B ਦੇ ਲਈ ਆਪਣੇ ਕੋਲੇ ਵੈਲਿਊ ਕਿੰਨੀ ਬਣ ਰਹੀ ਹੈ 7, ਸੌਰੀ ਇੱਥੇ 7 ਆਉਣਾ ਸੀਗਾ 6 ਤੇ 8 ਦੇ ਸੈਂਟਰ ਦੇ ਵਿੱਚ, ਤਾਂ 7 ਸੈਂਟੀਮੀਟਰ। ਤਾਂ ਹੁਣ ਇਹਨਾਂ ਨੂੰ ਮਾਈਨਸ ਕਰ ਦਿਓ, 10 ਮਾਈਨਸ 7 ਕਿਹਦੇ ਇਕੁਅਲ 3 ਸੈਂਟੀਮੀਟਰ। ਫਿਰ ਨੈਕਸਟ ਆਪਣੇ ਕੋਲ ਹੈਗਾ ਹੈ ਡਿਊਰਿੰਗ ਵਿਚ ਵੀਕ ਡਿਡ ਪਲਾਂਟ A ਗਰੋ ਮੋਸਟ। ਕਿਹੜੇ ਹਫ਼ਤੇ ਦੇ ਵਿੱਚ ਜਿਹੜਾ ਪਲਾਂਟ A ਸੀ ਉਹ ਜ਼ਿਆਦਾ ਗਰੋ ਕੀਤਾ। ਤਾਂ ਪਲਾਂਟ A ਦੇ ਵਿੱਚ ਜਿਹੜੀ ਦੇਖੋ ਗਰੋਥ ਹੋ ਰਹੀ ਆ ਉਹ ਸਭ ਤੋਂ ਜ਼ਿਆਦਾ ਕਦੋਂ ਹੋ ਰਹੀ ਸੀਗੀ, ਪਹਿਲਾਂ ਆਪਣੇ ਕੋਲ ਕਿੰਨੀ ਵੈਲਿਊ ਸੀਗੀ 1 ਦੇ ਲਈ 2 ਸੈਂਟੀਮੀਟਰ, 2nd ਵੀਕ ਦੇ ਵਿੱਚ ਕਿੰਨੀ ਗਰੋਥ ਹੋ ਗਈ ਉਹਦੀ 7, ਤਾਂ ਜ਼ਿਆਦਾ ਚੇਂਜ ਹੋ ਰਿਹਾ। ਤਾਂ ਕਦੋਂ ਜ਼ਿਆਦਾ ਚੇਂਜ ਹੋਇਆ ਉਹ 2nd ਵੀਕ ਦੇ ਵਿੱਚ। ਫਿਰ ਨੈਕਸਟ ਆਪਣੇ ਕੋਲ ਹੈ ਡਿਊਰਿੰਗ ਵਿਚ ਵੀਕ ਡਿਡ ਪਲਾਂਟ B ਗਰੋ ਲੀਸਟ। ਕਿ B ਦੇ ਵਿੱਚ ਸਭ ਤੋਂ ਜ਼ਿਆਦਾ ਗਰੋਥ ਘੱਟ ਕਿਹੜੇ ਵੀਕ ਦੇ ਵਿੱਚ ਹੋਈ, ਤਾਂ ਉਹ ਆਪਣੇ ਕੋਲ ਕਦੋਂ ਹੋ ਰਹੀ ਆ 1st ਵੀਕ ਦੇ ਵਿੱਚ। ਕਿ ਉਹਨੇ ਸਟਾਰਟ ਜਿੱਥੋਂ ਕੀਤਾ ਸੀਗਾ 0 ਤੋਂ, ਉਹ ਸਿਰਫ 2 ਸੈਂਟੀਮੀਟਰ ਤੱਕ ਆਪਣੇ ਕੋਲ ਪਲਾਂਟ B ਸਿਰਫ 1 ਸੈਂਟੀਮੀਟਰ ਤੱਕ ਪਹੁੰਚਿਆ। ਕਿਉਂਕਿ ਬਲੂ ਲਾਈਨ ਕੀ ਰਿਪਰੈਜ਼ੈਂਟ ਕਰਦੀ ਪਲਾਂਟ B ਨੂੰ, ਪਿੰਕ ਲਾਈਨ ਕੀ ਰਿਪਰੈਜ਼ੈਂਟ ਕਰਦੀ ਹੈ ਪਲਾਂਟ A। ਤਾਂ ਪਲਾਂਟ B ਦੀ ਘੱਟ ਗਰੋਥ ਕਦੋਂ ਹੋਈ 1st ਵੀਕ ਦੇ ਵਿੱਚ, ਕਿਉਂਕਿ 1 ਤੱਕ ਆਪਣੀ ਵੈਲਿਊ ਦੇਖੋ ਇੱਥੇ ਕਿੰਨੀ ਆ ਰਹੀ ਸੀ, ਸਿਰਫ 1 ਸੈਂਟੀਮੀਟਰ ਆ ਰਹੀ ਹੈ। ਫਿਰ ਨੈਕਸਟ ਵਰ ਦੀ 2 ਪਲਾਂਟਸ ਆਫ ਦੀ ਸੇਮ ਹਾਈਟ ਡਿਊਰਿੰਗ ਐਨੀ ਵੀਕ ਸ਼ੋਨ ਹੇਅਰ। ਤਾਂ ਆਪਾਂ ਦੱਸਣਾ ਕਿ ਕਦੋਂ ਦੋਨੋਂ ਪਲਾਂਟਸ ਦੀ ਗਰੋਥ ਸੇਮ ਹੋ ਰਹੀ ਹੈ। ਤਾਂ ਹੁਣ ਦੇਖੋ ਕਿੱਥੇ ਜਾ ਕੇ ਪੁਆਇੰਟਸ ਆਪਸ 'ਚ ਮੀਟ ਕਰ ਰਹੇ ਨੇ। 1 ਦੇ ਲਈ ਦੇਖੋ ਆਪਣੇ ਕੋਲ 1st ਵੀਕ ਦੇ ਵਿੱਚ ਪਲਾਂਟ A ਤੇ ਪਲਾਂਟ B ਦੀਆਂ ਲਾਈਨਾਂ ਇਕੱਠੀਆਂ ਨਹੀਂ ਹੋ ਰਹੀਆਂ। 2nd ਵੀਕ ਦੇ ਵਿੱਚ ਦੇਖੋ ਇੱਕ ਪੁਆਇੰਟ ਦੇ ਉੱਪਰ ਇਕੱਠੀਆਂ ਹੋ ਰਹੀਆਂ ਨਾ ਜਾ ਕੇ, ਤਾਂ ਮਤਲਬ ਇਹਨਾਂ ਦੀ ਹਾਈਟ ਸੇਮ ਆ ਰਹੀ ਹੈ। ਤਾਂ ਹਾਈਟ ਕਿੰਨੀ ਆਪਣੇ ਕੋਲੇ, ਉਹਨਾਂ ਦੀ ਵੈਲਿਊ ਕਿੰਨੀ ਆ ਜਾਊਗੀ ਫਿਰ ਉਹਨਾਂ ਦੀ ਵਿੱਚ 6 ਤੇ 8 ਦੇ ਸੈਂਟਰ 'ਚ ਵੈਲਿਊ ਲਾਈ ਕਰਦੀ ਹੈ ਤਾਂ 7 ਸੈਂਟੀਮੀਟਰ। ਇੱਥੋਂ ਆਪਣੇ ਕੋਲ ਵੈਲਿਊ ਆ ਜਾਊਗੀ 7। ਫਿਰ ਨੈਕਸਟ ਆਪਣੇ ਕੋਲ ਹੈਗਾ ਦੀ ਫੋਲੋਇੰਗ ਗ੍ਰਾਫ ਸ਼ੋਜ਼ ਦੀ ਟੈਂਪਰੇਚਰ ਫੋਰਕਾਸਟ ਐਂਡ ਐਕਚੁਅਲ ਟੈਂਪਰੇਚਰ ਫॉर ਈਚ ਡੇ।
ਆਪਾਂ ਨੂੰ ਟੈਂਪਰੇਚਰ ਦੀਆਂ ਵੈਲਿਊਜ਼ ਦੱਸੀਆਂ ਹੋਈਆਂ ਨੇ ਕਿ ਹਫ਼ਤੇ ਦੇ ਵਿੱਚ ਹਰੇਕ ਦਿਨ ਦੇ ਵਿੱਚ ਐਕਚੁਅਲ ਕਿ ਕਿੰਨਾ ਅਸਲੀਅਤ ਦੇ ਵਿੱਚ ਟੈਂਪਰੇਚਰ ਸੀ ਤੇ ਕਿੰਨਾ ਉਹਨਾਂ ਨੇ ਆਪਾਂ ਨੂੰ ਭਵਿੱਖਬਾਣੀ ਕਰਕੇ ਦੱਸਿਆ ਸੀ, ਫੋਰਕਾਸਟ ਕੀਤਾ ਸੀ। ਔਨ ਵਿਚ ਡੇਜ਼ ਵਾਸ ਦੀ ਫੋਰਕਾਸਟ ਟੈਂਪਰੇਚਰ ਦੀ ਸੇਮ ਐਜ਼ ਦੀ ਐਕਚੁਅਲ ਟੈਂਪਰੇਚਰ, ਕਿ ਟੈਂਪਰੇਚਰ ਸੇਮ ਸੀ। ਕਿਹੜੇ ਡੇਜ਼ ਨੇ ਆਪਣੇ ਕੋਲ ਔਨ ਵਿਚ ਡੇਜ਼, ਜਿੱਥੇ ਜਾ ਕੇ ਦੋਨੋਂ ਪੁਆਇੰਟਸ ਇਕੱਠੇ ਹੋ ਰਹੇ ਨੇ ਆਪਾਂ ਉਹ ਦੱਸਣਾ ਹੈ। ਤਾਂ ਉਹ ਕਿਹੜੇ ਕਿਹੜੇ ਨੇ ਆਪਣੇ ਕੋਲ, ਦੇਖੋ ਇੱਥੇ ਜਾ ਕੇ ਪੁਆਇੰਟ ਇਕੱਠਾ ਹੋ ਰਿਹਾ ਉਹ ਕਿਹੜਾ, ਟਿਊਜ਼ਡੇ। ਫਿਰ ਕਿਹਦੇ ਵਿੱਚ ਇਕੱਠੇ ਹੋ ਰਹੇ ਨੇ, ਇਸ ਪੁਆਇੰਟ 'ਤੇ। ਇੱਥੇ ਕਿਹੜਾ ਆਪਣੇ ਕੋਲ, ਫਰਾਈਡੇ। ਫਿਰ ਨੈਕਸਟ ਕਿੱਥੇ ਜਾ ਕੇ ਇਕੱਠੇ ਹੋਏ, ਇਸ ਪੁਆਇੰਟ ਦੇ ਉੱਪਰ, ਤਾਂ ਇਹ ਕਿਹੜਾ ਸੀਗਾ, ਸੰਡੇ। ਨੈਕਸਟ ਹੈ ਵਟ ਵਾਸ ਦੀ ਮੈਕਸੀਮਮ ਫੋਰਕਾਸਟ ਟੈਂਪਰੇਚਰ ਡਿਊਰਿੰਗ ਦੀ ਵੀਕ। ਸਭ ਤੋਂ ਜ਼ਿਆਦਾ ਟੈਂਪਰੇਚਰ ਜਿਹੜਾ ਫੋਰਕਾਸਟ ਕੀਤਾ ਗਿਆ ਸੀ ਉਹ ਕਿਹੜਾ। ਹੁਣ ਜਿਹੜੀ ਗ੍ਰੀਨ ਲਾਈਨਸ ਨੇ ਉਹ ਕੀ ਸ਼ੋ ਕਰਦੇ ਨੇ, ਫੋਰਕਾਸਟ। ਜਿਹੜੀ ਪਿੰਕ ਨਾਲ ਆਪਾਂ ਸ਼ੋ ਕੀਤੀ ਹੈ ਸੋਲਿਡ ਲਾਈਨ ਉਹ ਕੀ ਆ, ਐਕਚੁਅਲ। ਤਾਂ ਮੈਕਸੀਮਮ ਵੈਲਿਊ ਫਿਰ ਆਪਣੇ ਕੋਲ ਕਿੰਨੀ ਰਹਿ ਰਹੀ ਹੈ ਇਹਦੇ ਵਿੱਚੋਂ, ਉਹ ਤੁਸੀਂ ਹੁਣ ਇਹਦੇ ਵਿੱਚੋਂ ਨੋਟ ਕਰਨੀ ਆ। ਵਟ ਵਾਸ ਦੀ ਮੈਕਸੀਮਮ ਫੋਰਕਾਸਟ, ਫੋਰਕਾਸਟ ਵਾਲੀ ਲਾਈਨ ਕਿਹੜੀ ਸੀਗੀ ਆਪਣੇ ਕੋਲ, ਗ੍ਰੀਨ ਵਾਲੀ। ਵੀਕ ਦੇ ਵਿੱਚ ਸਭ ਤੋਂ ਜ਼ਿਆਦਾ ਟੈਂਪਰੇਚਰ ਜਿਹੜਾ ਨੋਟ ਕੀਤਾ ਗਿਆ ਸੀ ਤਾਂ ਉਹ ਆਪਣੇ ਕੋਲ ਕਿੰਨਾ ਸੀਗਾ, ਇੱਥੇ ਆਪਣੇ ਕੋਲ ਕਿੰਨਾ ਆ ਜਾਊਗਾ 30, ਇੱਥੇ ਆਪਣੇ ਕੋਲ ਕਿੰਨਾ ਹੈ 35। ਤਾਂ ਫੋਰਕਾਸਟ ਸਭ ਤੋਂ ਜ਼ਿਆਦਾ ਕਿੰਨਾ ਹੋਇਆ ਸੀ, 35 ਡਿਗਰੀ। ਵਟ ਵਾਸ ਦੀ ਮਿਨੀਮਮ, ਹੁਣ ਮਿਨੀਮਮ ਦੇ ਵਿੱਚ ਵੈਲਿਊ ਦੇਖੋ ਗ੍ਰੀਨ ਤੋਂ, ਕਿਉਂਕਿ ਉਹਨਾਂ ਨੇ ਕਿੰਨਾ ਪੁੱਛਿਆ, ਮਿਨੀਮਮ ਐਕਚੁਅਲ ਟੈਂਪਰੇਚਰ। ਐਕਚੁਅਲ ਦੇ ਲਈ ਆਪਣੇ ਕੋਲ ਕਿਹੜੀ ਆ, ਸੋਲਿਡ ਪਿੰਕ ਲਾਈਨ। ਤਾਂ ਉਹ ਵਾਲੀ ਕਿਹੜੀ ਆਪਣੇ ਕੋਲ ਵੈਲਿਊ ਆ ਰਹੀ ਆ ਸਾਰੀ ਵੈਲਿਊ। ਤਾਂ ਉਹ ਕਿਹਦੇ ਕੋਰਸਪੋਂਡਿੰਗ ਆ ਗਈ, 15। ਤਾਂ ਆਂਸਰ ਕਿੰਨਾ, 15 ਡਿਗਰੀ ਸੈਲਸੀਅਸ। ਔਨ ਵਿਚ ਡੇ ਡਿਡ ਦੀ ਐਕਚੁਅਲ ਟੈਂਪਰੇਚਰ ਡਿਫਰ ਦੀ ਮੋਸਟ ਫਰੋਮ ਦੀ ਫੋਰਕਾਸਟ ਟੈਂਪਰੇਚਰ, ਕਿ ਇੱਦਾਂ ਦਾ ਆਪਣੇ ਕੋਲ ਕਿਹੜਾ ਦਿਨ ਸੀ ਜਿਹਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਰਿਹਾ ਕਿ ਉਨਾ ਹੀ ਐਕਚੁਅਲ ਟੈਂਪਰੇਚਰ ਜਿੰਨਾ ਹੋਇਆ ਅਤੇ ਕਿੰਨਾ ਭਵਿੱਖਬਾਣੀ ਵਾਲਾ ਟੈਂਪਰੇਚਰ ਸੀ, ਫੋਰਕਾਸਟ ਸੀ, ਜ਼ਿਆਦਾ ਫਰਕ ਪਿਆ। ਤਾਂ ਉਹ ਆਪਣੇ ਕੋਲ ਕਿਹੜਾ ਸੀਗਾ ਕਿ ਫੋਰਕਾਸਟ ਤਾਂ ਉਹਨਾਂ ਨੇ ਕਿੰਨਾ ਕੀਤਾ ਸੀਗਾ ਆਪਣੇ ਕੋਲ 20 ਤੇ 25 ਦਾ ਆਪਾਂ ਇੱਥੇ ਹਾਫ ਕਰਾਂਗੇ, ਸਪੋਜ਼ ਆਪਣੇ ਕੋਲ 22.5 ਆ ਜਾਊਗਾ। ਤਾਂ ਆਪਣੇ ਕੋਲ ਫਿਰ ਐਕਚੁਅਲ ਦੇ ਵਿੱਚ ਕਿੰਨਾ ਸੀਗਾ, ਇੱਥੇ ਡਿਫਰੈਂਸ ਜ਼ਿਆਦਾ ਆ ਰਿਹਾ ਸੀ ਤਾਂ 15। ਤਾਂ ਇਹ ਕਿਹੜਾ ਦਿਨ ਹੋ ਗਿਆ ਆਪਣੇ ਕੋਲ, ਥਰਸਡੇ। ਹੁਣ ਉਸ ਤੋਂ ਬਾਅਦ 5th ਦੇ ਵਿੱਚ ਦੇਖੋ, ਯੂਜ਼ ਦੀ ਟੇਬਲਸ ਬਿਲੋ ਟੂ ਡਰਾ ਲੀਨੀਅਰ ਗ੍ਰਾਫਸ। ਆਪਾਂ ਨੂੰ ਨੰਬਰ ਆਫ ਡੇਜ਼ ਦਿੱਤੇ ਹੋਏ ਨੇ ਕਿਸੇ ਹਿੱਲ ਸਾਈਡ ਦੇ ਉੱਪਰ, ਡਿਫਰੈਂਟ ਈਅਰਸ ਦੇ ਵਿੱਚ ਆ। ਤਾਂ ਹੁਣ ਇਸ ਈਅਰ ਦੇ ਲਈ ਦੇਖੋ, ਈਅਰ ਅਤੇ ਡੇਜ਼ ਦਿੱਤੇ ਹੋਇਆ, ਇਹਨਾਂ ਨੂੰ ਆਪਾਂ ਡਰਾ ਕਰਨਾ। ਡਰਾ ਕਿਵੇਂ ਕਰਾਂਗੇ ਆਪਾਂ, ਈਅਰਸ ਨੂੰ ਐਕਸ ਐਕਸਿਸ ਦੇ ਉੱਪਰ, ਦੈਨ ਡੇਜ਼ ਦਿੱਤੇ ਨੇ ਤਾਂ ਉਹ ਵਾਈ ਐਕਸਿਸ ਦੇ ਉੱਪਰ। ਤਾਂ ਹੁਣ ਤੁਸੀਂ ਗ੍ਰਾਫ ਆਪਾਂ ਵਧੀਆ ਬਣਾਉਣਾ ਤਾਂ ਤੁਸੀਂ ਇੱਕ ਇੱਕ ਬਾਕਸ ਛੱਡ ਕੇ ਡਰਾ ਕਰ ਸਕਦੇ ਹੋ ਕਿ 0 ਤੋਂ, ਹੁਣ ਆਪਾਂ ਇਹ ਕੋਲ ਇੱਥੇ ਕੀ ਸਾਰੀਆਂ 10 ਯੂਨਿਟਸ ਹੋ ਗਈਆਂ, ਫਿਰ 20 ਕਿ 20 ਯੂਨਿਟਸ ਕੀ ਰਿਪਰਜੈਂਟ ਕਰਦੇ ਨੇ, 2003, ਫਿਰ 2004, 5, 6। ਅਤੇ ਆਪਾਂ ਨੂੰ ਜਿਹੜੇ ਡੇਜ਼ ਦਿੱਤੇ ਹੋਏ ਨੇ ਉਹ ਇਹਦੇ ਵਿੱਚ ਵੈਲਿਊਜ਼ ਕਿੰਨੀਆਂ ਆ ਰਹੀਆਂ ਨੇ, ਦੇਖੋ 8, 10, 5, 12। ਥੋੜ੍ਹੀਆਂ ਨੇ ਵੈਲਿਊਜ਼ 12 ਤੱਕ, ਤਾਂ ਆਪਾਂ ਉਹਨਾਂ ਨੂੰ 2 ਦੇ ਡਿਫਰੈਂਸ ਦੇ ਨਾਲ ਵੀ ਲੈ ਸਕਦੇ ਹਾਂ, 2, 4, 6, 8, 10, 12, 14, 16। ਤਾਂ 2003 ਦੇ ਲਈ ਕਿੰਨਾ ਆਪਣੇ ਕੋਲ 8, ਤਾਂ ਆਪਾਂ 8 'ਤੇ ਡਾਟ ਲਗਾਇਆ। ਫਿਰ ਨੈਕਸਟ ਆਪਣੇ ਕੋਲ ਵੈਲਿਊ ਕਿੰਨੀ ਹੈ, 2004 ਦੇ ਲਈ 10, ਤਾਂ 2004 ਦੇ ਲਈ ਫਿਰ 10 'ਤੇ। 2005 ਦੇ ਲਈ ਕਿੰਨਾ ਹੈ ਆਪਾਂ ਦਿੱਤਾ ਹੋਇਆ 5। ਤਾਂ ਹੁਣ ਇੱਥੇ ਆਪਣੇ ਕੋਲ 4 ਆ ਤਾਂ 6। ਹੁਣ ਇਹਦੇ ਸੈਂਟਰ ਦੇ ਜਿਹੜੀ ਇੱਕ ਸੋਲਿਡ ਲਾਈਨ ਗੂੜੀ ਕਰਕੇ ਲਾਈਨ ਦਿੱਤੀ ਹੋਈ ਆ ਉਹ ਕੀ ਰਿਪਰਜੈਂਟ ਕਰੂਗੀ, 5 ਨੂੰ। ਫਿਰ 2006 ਦੇ ਲਈ ਕਿੰਨਾ ਕਿਹਾ ਉਹਨਾਂ ਨੇ, 12। ਤਾਂ ਫਿਰ ਉਹਨਾਂ ਨੂੰ ਸਕੇਲ ਦੇ ਨਾਲ ਤੁਸੀਂ ਮੀਟ ਕਰਾ ਦਿਓ। ਫਿਰ ਨੈਕਸਟ ਉਹਨਾਂ ਨੇ ਕਹੀ ਆਪਾਂ ਨੂੰ ਪੋਪੂਲੇਸ਼ਨ ਦਿੱਤੀ ਹੈ ਮੈਨ ਅਤੇ ਵਿਮਨ ਦੀ। ਹੁਣ 2 ਵੈਲਿਊਜ਼ ਦਿੱਤੀਆਂ ਨੇ, ਇਸੇ ਕਈ ਲਈ ਆਪਾਂ ਇਹਨਾਂ ਨੂੰ ਕਿਵੇਂ ਅਲੱਗ-ਅਲੱਗ ਸ਼ੋਅ ਕਰਾਂਗੇ, ਇੱਕ ਡਾਟਡ ਲਾਈਨ ਦੇ ਨਾਲ ਅਤੇ ਇੱਕ ਸੋਲਿਡ ਲਾਈਨ ਦੇ ਨਾਲ। ਫਿਰ ਈਅਰਸ ਰਿਪਰਜੈਂਟ ਕਰੋ ਐਕਸ ਐਕਸਿਸ ਦੇ ਉੱਪਰ, ਪੋਪੂਲੇਸ਼ਨ ਨੂੰ ਵਾਈ ਐਕਸਿਸ ਦੇ ਉੱਪਰ। ਹੁਣ ਫਿਰ ਆਪਾਂ ਇੱਥੇ 0 ਤੋਂ ਬਾਅਦ ਸਿੱਧੀਆਂ ਵੈਲਿਊਜ਼ ਨਹੀਂ ਲੈ ਰਹੇ, ਮਤਲਬ 1, 2 ਜਾਂ 2, 4, ਸਿੱਧਾ ਆਪਾਂ 10 ਤੋਂ ਸ਼ੁਰੂ ਕੀਤਾ, ਇਸੇ ਕਰਕੇ ਇੱਥੇ ਇਸ ਤਰ੍ਹਾਂ ਡਰਾ ਕਰ ਰਹੀ ਹਾਂ ਮੈਂ। ਜਿੰਨੀਆਂ ਵੈਲਿਊਜ਼ ਦਿੱਤੀਆਂ ਨੇ ਤਾਂ ਹੁਣ ਆਪਾਂ ਜਿਹੜੀ ਮੈਨ ਆ ਉਹਨੂੰ ਸੋਲਿਡ ਲਾਈਨ ਨਾਲ ਸ਼ੋਅ ਕੀਤਾ, ਉਹਨੂੰ ਪੁਆਇੰਟ ਲਗਾ ਕੇ ਮੀਟ ਕਰਵਾ ਦਿਓ। ਫਿਰ ਵਿਮਨ ਆ ਉਹਨੂੰ ਆਪਾਂ ਡਾਟਡ ਲਾਈਨ ਦੇ ਨਾਲ ਸ਼ੋਅ ਕੀਤਾ, ਜਿਹੜੇ ਪੁਆਇੰਟ ਆ ਰਹੇ ਸੀ ਆਪਾਂ ਉਹਨਾਂ ਨੂੰ ਕ੍ਰੋਸ ਲਗਾ ਕੇ ਫਿਰ ਸਰਕਲ ਲਗਾਤਾ ਕਿ ਜਿਹੜੇ ਸਰਕਲ ਦੇ ਵਿੱਚ ਕ੍ਰੋਸ ਪਾਇਆ ਉਹ ਕ੍ਰੋਸ ਵਾਲੇ ਸਾਈਨ ਆਪਾਂ ਆਪਸ 'ਚ ਜੋੜਨੇ ਆ, ਜਿੱਥੇ ਡਾਟ ਲਗਾਇਆ ਸੀ ਉਹ ਡਾਟ ਵਾਲੇ ਸਾਈਨ ਆਪਾਂ ਆਪਸ 'ਚ ਜੋੜੇ। ਫਿਰ ਉਸ ਤੋਂ ਬਾਅਦ ਨੈਕਸਟ ਹੈ ਆਪਣਾ 6th ਕੁਐਸਚਨ। ਕੁਰੀਅਰ ਪਰਸਨ ਹੈ ਜਿਹੜਾ ਸਾਈਕਲ ਲੈ ਕੇ ਜਾ ਰਿਹਾ ਇੱਕ ਨੇਬਰਿੰਗ ਸਰਬਨ ਤੋਂ, ਤਾਂ ਉਹ ਕੀ ਕਰਦਾ, ਫਿਰ ਮਰਚੈਂਟ ਤੱਕ ਜਾਂਦਾ। ਤਾਂ ਆਪਾਂ ਇਹਦੇ ਤੋਂ ਕਿਹੜੀ ਇਨਫੋਰਮੇਸ਼ਨ ਡਰਾ ਕਰਨੀ, ਵਾਟ ਇਜ਼ ਦੀ ਸਕੇਲ ਟੇਕਨ ਫॉर ਦਿਸ ਟਾਈਮ ਐਕਸਿਸ। ਟਾਈਮ ਐਕਸਿਸ ਦੇ ਉੱਪਰ ਆਪਾਂ ਕਿੰਨੀਆਂ ਯੂਨਿਟਸ ਲੈ ਰਹੇ ਹਾਂ, 8 ਤੋਂ ਬਾਅਦ ਆਪਣੇ ਕੋਲ ਕਿੰਨਾ ਇੱਥੇ 9। ਤਾਂ ਆਪਾਂ ਹੁਣ ਇਹਨਾਂ ਦੇ ਵਿੱਚ ਦੇਖੋ 1, 2, 3, 4 ਯੂਨਿਟਸ ਕਿਹਦੇ ਇਕੁਅਲ ਨੇ 1 ਆਰ, ਕਿਉਂਕਿ ਆਪਾਂ 8 ਤੋਂ ਬਾਅਦ ਸਿੱਧਾ 9 ਸ਼ੋਅ ਕੀਤਾ ਹੋਇਆ, 1 ਘੰਟਾ ਰਿਪਰਜੈਂਟ ਕਰਦੀਆਂ।
ਹਾਊ ਮਚ ਟਾਈਮ ਡਿਡ ਦੀ ਪਰਸਨ ਟੇਕ ਫॉर ਦੀ ਟਰੈਵਲ, ਉਹਨੂੰ ਕਿੰਨਾ ਟਾਈਮ ਲੱਗਿਆ ਪਹੁੰਚਣ ਤੱਕ। ਤਾਂ ਹੁਣ ਆਪਣੇ ਕੋਲੇ ਦੇਖਣਾ ਕਿ ਕਿੰਨਾ ਟਾਈਮ ਲੱਗ ਰਿਹਾ, ਤਾਂ ਕਦੋਂ ਪਹੁੰਚ ਰਿਹਾ ਸੀ, ਇਸ ਪੁਆਇੰਟ 'ਤੇ ਉਹ ਪਹੁੰਚ ਗਿਆ। ਕਿੰਨਾ ਟਾਈਮ ਸੀਗਾ 11:30 ਦਾ। ਸ਼ੁਰੂ ਕਦੋਂ ਕੀਤਾ ਸੀ ਉਹਨੇ 8 ਵਜੇ। ਤਾਂ 11:30 ਦੇ ਵਿੱਚੋਂ ਜਦੋਂ ਆਪਾਂ 8 ਵਜੇ ਦਾ ਟਾਈਮ ਮਾਈਨਸ ਕਰਦੇ ਹਾਂ ਤਾਂ ਆਪਣੇ ਕੋਲ 3.5 ਘੰਟੇ ਆ ਜਾਂਦੇ ਨੇ। ਉਹਨੂੰ ਆਪਾਂ ਕਿਵੇਂ ਲਿਖਾਂਗੇ ਫਿਰ, ਇਸ ਤਰ੍ਹਾਂ ਮਾਈਨਸ ਕਰਕੇ। ਨੈਕਸਟ ਹੈ ਆਪਣੇ ਕੋਲ ਸੀ ਪਾਰਟ, ਹਾਊ ਫਾਰ ਇਜ਼ ਦੀ ਪਲੇਸ ਆਫ ਦੀ ਮਰਚੈਂਟ ਫਰੋਮ ਦੀ ਟਾਊਨ, ਕਿ ਉਹਦਾ ਘਰ ਕਿੰਨਾ ਦੂਰ ਸੀ। ਹੁਣ ਆਹ ਪੁਆਇੰਟ ਆਪਣੇ ਕੋਲ ਇੱਥੇ ਐਂਡ ਦੇ ਉੱਪਰ ਲੱਗਾ, ਖਤਮ ਹੋ ਰਿਹਾ, ਤਾਂ ਇਹਦੇ ਕੋਰਸਪੋਂਡਿੰਗ ਕਿੰਨੀ ਵੈਲਿਊ ਹੈ 22, ਮਤਲਬ 22 ਕਿਲੋਮੀਟਰ ਦੂਰ ਸੀ। ਡਿਊਰਿੰਗ ਵਿਚ ਪੀਰੀਅਡ ਡਿਡ ਹੀ ਰਾਈਡ ਫਾਸਟੈਸਟ, ਸਭ ਤੋਂ ਜ਼ਿਆਦਾ ਤੇਜ਼ ਉਹ ਕਿਹੜੇ ਟਾਈਮ ਦੇ ਵਿੱਚ ਚੱਲ ਰਿਹਾ ਹੈ, ਤਾਂ ਉਹ ਕਦੋਂ ਚੱਲਦਾ ਸੀਗਾ। ਤਾਂ ਆਪਾਂ ਇਹਦੇ ਵਿੱਚੋਂ ਫਿਰ ਹਾਊ ਫਾਰ ਦਾ ਆਪਣਾ ਹੋ ਗਿਆ ਡਿਡ ਦੀ ਪਰਸਨ ਸਟਾਪ ਔਨ ਹਿਜ਼ ਵੇ ਐਕਸਪਲੇਨ, ਤਾਂ ਉਹ ਦੱਸਣਾ ਕਿ ਕਦੋਂ ਕਿਸੇ ਟਾਈਮ ਦੇ ਉੱਪਰ ਰੁਕਿਆ। ਤਾਂ ਜਿਹੜੀ ਸਟ੍ਰੇਟ ਲਾਈਨ ਇਸ ਤਰ੍ਹਾਂ ਸ਼ੋਅ ਕੀਤੀ ਹੈ ਕਿ ਦੱਸ ਰਹੀ ਕੋਈ ਰੈਸਟ ਦੇ ਵਿੱਚ ਸੀ। ਤਾਂ ਹੁਣ ਆਪਾਂ ਨੂੰ ਦੱਸਿਆ ਇਹ ਇਸ ਹੌਰੀਜ਼ੋਨਟਲ ਲਾਈਨ ਤੋਂ ਹੀ ਆਪਾਂ ਨੂੰ ਪਤਾ ਲੱਗਿਆ ਕਿ ਉਹ ਰੈਸਟ ਦੇ ਵਿੱਚ ਸੀਗਾ ਅਤੇ ਕਿੰਨਾ ਟਾਈਮ ਸੀਗਾ ਉਦੋਂ ਜਦੋਂ ਰੈਸਟ ਦੇ ਵਿੱਚ ਰਹਿ ਰਿਹਾ। ਇੱਥੇ ਆਪਣੇ ਕੋਲ ਕਿੰਨਾ ਆ ਜਾਊਗਾ 10, ਇੱਥੇ ਆਪਣੇ ਕੋਲ ਫਿਰ ਕਿੰਨਾ ਹੋ ਗਿਆ 10:30, ਤਾਂ ਇਹਦੀ ਵੈਲਿਊ ਫਿਰ ਕਿੰਨੀ ਹੋ ਜੂਗੀ 10 ਤੋਂ ਲੈ ਕੇ 10:30 ਤੱਕ। ਤਾਂ ਇਹ ਗ੍ਰਾਫ ਦੇ ਉੱਪਰ ਹੌਰੀਜ਼ੋਨਟਲ ਲਾਈਨ ਤੋਂ ਪਤਾ ਲੱਗ ਰਿਹਾ। ਫਿਰ ਹੁਣ ਨੈਕਸਟ ਹੈ ਡਿਊਰਿੰਗ ਵਿਚ ਪੀਰੀਅਡ ਡਿਡ ਹੀ ਰਾਈਡ ਫਾਸਟੈਸਟ, ਕਿ ਸਭ ਤੋਂ ਜ਼ਿਆਦਾ ਤੇਜ਼ ਉਹ ਕਦੋਂ ਚੱਲਿਆ। ਤਾਂ ਹੁਣ ਆਪਾਂ ਉਹ ਇਹਦੇ ਵਿੱਚੋਂ ਨੋਟ ਕਰਨਾ ਹੈ ਕਿ ਹੁਣ ਇੱਥੋਂ 8 ਤੋਂ 9 ਕਿ 1 ਘੰਟੇ ਦੇ ਵਿੱਚ ਉਹਨੇ ਕਿੰਨੀ ਡਿਸਟੈਂਸ ਕਵਰ ਕਰ ਲਈ 10 ਕਿਲੋਮੀਟਰ। ਫਿਰ ਅਗਲੇ ਘੰਟੇ ਦੇ ਵਿੱਚ ਉਹ ਕਿੰਨੀ ਕਵਰ ਕੀਤੀ 6, ਮਤਲਬ ਸਿਰਫ 6 ਕਿਲੋਮੀਟਰ ਗਿਆ। ਫਿਰ 10 ਤੋਂ 11 ਦੇ ਵਿੱਚ ਦੇਖੋ ਆਪਣੇ ਕੋਲੇ ਫਿਰ ਵੀ ਉਹਨੇ ਘੱਟ ਕਵਰ ਕੀਤੀ। ਤਾਂ 11:30 ਵਜੇ ਤੱਕ ਉਹਨੇ ਕਿੰਨੀ ਕਵਰ ਕਰ ਲਈ ਸੀਗੀ 22 ਕਿਲੋਮੀਟਰ। ਤਾਂ ਇਹ ਤੁਸੀਂ ਇਹ ਰਿਜ਼ਲਟ ਤੋਂ ਸ਼ੋਅ ਕਰਕੇ ਦੱਸਣਾ ਕਿ ਕਿੰਨੀ ਵੈਲਿਊ ਇਹਦੇ ਵਿੱਚ ਆ ਰਹੀ ਆ। ਇਹ ਤੁਸੀਂ ਖੁਦ ਸੋਲਵ ਕਰਿਓ। ਫਿਰ ਨੈਕਸਟ ਆਪਣੇ ਕੋਲ ਹੈਗਾ ਹੈ ਕੈਨ ਦੇਅਰ ਬੀ ਅ ਟਾਈਮ ਟੈਂਪਰੇਚਰ ਗ੍ਰਾਫ ਐਜ਼ ਫੋਲੋਜ਼, ਕਿ ਆਪਾਂ ਨੂੰ ਗ੍ਰਾਫ ਦਿੱਤੇ ਹੋਏ ਆ, ਆਪਾਂ ਦੱਸਣਾ ਇਹਦੇ ਵਿੱਚੋਂ ਕਿਹੜਾ ਗ੍ਰਾਫ ਪੋਸੀਬਲ ਆ ਕਿਹੜਾ ਨਹੀਂ। ਸਾਰੇ ਗ੍ਰਾਫ ਆਪਣੇ ਕੋਲ ਇਸ ਤਰ੍ਹਾਂ ਬਣ ਸਕਦੇ ਆ, ਪਰ ਟਾਈਮ ਦੇ ਵਿੱਚ ਦੇਖੋ ਹੁਣ ਆਪਣੇ ਕੋਲ ਇੱਕੋ ਟਾਈਮ ਦੇ ਉੱਪਰ ਟੈਂਪਰੇਚਰ ਸੇਮ ਨਹੀਂ ਰਹਿ ਸਕਦਾ, ਇਸੇ ਲਈ ਇਹ ਗ੍ਰਾਫ ਪੋਸੀਬਲ ਨਹੀਂ ਹੈ। ਤਾਂ ਹੁਣ ਆਪਣੇ ਕੋਲ ਇਹਦਾ ਰੀਜ਼ਨ ਕੀ ਹੋ ਗਿਆ, ਇੱਕੋ ਟਾਈਮ ਦੇ ਉੱਪਰ ਸੇਮ ਟੈਂਪਰੇਚਰ ਨਹੀਂ ਰਹਿ ਸਕਦਾ, ਇਹ ਇੰਪੋਸੀਬਲ ਹੈ, ਇਹ ਅਸੰਭਵ ਆ। ਇਸ ਨਾਲ ਆਪਣੀ ਐਕਸਰਸਾਈਜ਼ ਕੰਪਲੀਟ ਆ। ਥੈਂਕ ਯੂ।